ਭਰੀ ਸਤਿ ਸ੍ਰੀ ਅਕਾਲ। ਤੇ ਮੈਂ ਸ਼ੁਰੂ ਦੇ ਵਿੱਚ ਹੀ ਮੁਬਾਰਕਬਾਦ ਵੀ ਦੇਣੀ ਚਾਹੂੰਗਾ ਹਾਸਾ ਅਜੈਬ ਸਿੰਘ ਚੱਠਾ ਜੀ ਨੂੰ, ਜਿਨ੍ਹਾਂ ਨੇ ਜਗਤ ਪੰਜਾਬੀ ਸਭਾ ਵੱਲੋਂ ਇਹ ਵੈਬੀਨਾਰ ਆਰਗੇਨਾਈਜ਼ ਕੀਤਾ। ਤੇ ਮੈਂ ਆਪਣੇ ਵੱਲੋਂ ਡਾਕਟਰ ਗਿੱਲ ਸਾਹਿਬ ਨੂੰ ਵੀ ਮੁਬਾਰਕਬਾਦ ਦੇਣੀ ਚਾਹੁੰਦਾ ਕਿ ਉਹਨਾਂ ਨੇ ਬਹੁਤ ਹੀ ਅੱਛੇ ਕਮੈਂਟ ਦਿੱਤੇ ਨੇ ਇਸ ਦੇ ਉੱਤੇ। ਤੇ ਮੈਂ ਸਾਰਿਆਂ ਦੇ ਬਹੁਤ ਵੱਡਮੁੱਲੇ ਵਿਚਾਰ ਜਿਹੜੇ ਧਿਆਨ ਨਾਲ ਸੁਣੇ ਨੇ, ਚਾਹੇ ਉਹ ਧੂਰੀ ਸਾਹਿਬ ਹੋਣ ਜਾਂ ਸੁਖਮੰਦਰ ਜੀ ਜਿਹੜਾ ਸਾਹਿਬ ਹੋਣ, ਬਲਜੀਤ ਕੌਰ ਰਿਆੜ ਜੀ, ਡਾਕਟਰ ਬਤੂਲ ਜੀ, ਡਾਕਟਰ ਰਮਨੀ ਬਤਰਾ ਜੀ, ਸਰਦੂਲ ਸਿੰਘ ਜੀ ਤੇ ਅਰਵਿੰਦਰ ਢਿੱਲੋਂ ਜੀ। ਆਪਣੇ ਆਪਣੇ ਵਿਚਾਰ ਆਪਣੇ ਆਪਣੇ ਤਰੀਕੇ ਨਾਲ ਰੱਖੇ ਨੇ, ਪਰ ਝਲਕ ਪੈਂਦੀ ਹੈ ਇਹ ਸਾਰੇ ਵਿਚਾਰ ਸੁਣਨ ਤੋਂ ਬਾਅਦ ਕਿ ਵਿਦਿਆ ਜਾਂ ਜੋ ਸਿੱਖਿਆ ਹੈ ਉਹ ਸਾਰਿਆਂ ਦਾ ਇੱਕ ਕੰਸਰਨ ਬਣ ਚੁੱਕਿਆ। ਸਾਰਿਆਂ ਦਾ ਦਿਲੋਂ ਇੱਛਾ ਹੈ ਕਿ ਆਉਂਦੀ ਪੀੜ੍ਹੀ ਨੂੰ ਸਿਰਫ ਪੰਜਾਬ ਹੀ ਨਹੀਂ ਬਲਕਿ ਸਾਰੇ ਭਾਰਤ ਦੇ ਵਿੱਚ ਇਸ ਸਿੱਖਿਆ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਅੱਗੇ ਲਿਜਾ ਸਕਦੇ ਹਾਂ। ਦੇਖੋ, ਮੈਨੂੰ ਜੇ ਮੈਂ ਆਪਣੀ ਜ਼ਿੰਦਗੀ ਦਾ ਪਿਛੋਕੜ ਸਾਰਾ ਦੇਖਾਂ ਤਾਂ ਬਹੁਤ ਡਿਵੈਲਪਮੈਂਟਸ ਹੋਈਆਂ ਨੇ ਇਹਨਾਂ ਸਮਿਆਂ ਦੇ ਵਿੱਚ। ਉਹ ਸਮਾਂ ਸੀ ਜਦੋਂ ਨਾ ਮੋਬਾਈਲ ਸੀ, ਸ਼ੁਰੂ 'ਚ ਨਾ ਫੋਨ ਸੀ, ਮੋਬਾਈਲ ਦਾ ਯੁੱਗ ਆਇਆ, ਟੈਲੀਵਿਜ਼ਨ ਦਾ ਯੁੱਗ ਆਇਆ। ਅੱਜ ਸਾਰਾ ਕੁਝ, ਜਿੱਦਾਂ ਡਾਕਟਰ ਰਮਨੀ ਬਤਰਾ ਜੀ ਨੇ ਵੀ ਗੱਲ ਕੀਤੀ ਹੈ ਕਿ ਅੱਜ ਸਾਰਾ ਕੁਝ ਅਸੀਂ ਇਲੈਕਟ੍ਰੋਨਿਕ ਮੀਡੀਆ ਦੇ ਬੇਸ ਦੇ ਉੱਤੇ ਨੌਲੇਜ ਗੇਨ ਕਰ ਰਹੇ ਹਾਂ। ਪਰ ਮੈਂ ਉਹਦੇ ਥੋੜਾ ਜਿਹਾ ਡਿਫਰੈਂਟ ਵਿਊਜ਼ ਰਮਨੀ ਬਤਰਾ ਜੀ ਨਾਲ ਨਹੀਂ, ਅਦਰਵਾਈਜ਼ ਇਹ ਕਹਿਣੀ ਚਾਹੁੰਦਾ ਕਿ ਅਸੀਂ ਜੋ ਅੱਜ ਗ੍ਰਹਿਣ ਕਰ ਰਹੇ ਹਾਂ ਸਿੱਖਿਆ ਦੇ ਵਿੱਚ, ਉਹ ਇਨਫੋਰਮੇਸ਼ਨ ਹੈ, ਉਹ ਨੌਲੇਜ ਨਹੀਂ ਹੈ, ਉਹ ਨੌਲੇਜ ਫॉर ਵਿਜ਼ਡਮ ਨਹੀਂ ਹੈ, ਉਹ ਨੌਲੇਜ ਫॉर ਦ ਓਵਰਆਲ ਡਿਵੈਲਪਮੈਂਟ ਆਫ ਦ ਪਰਸਨੈਲਿਟੀ ਨਹੀਂ ਹੈ। ਮੈਂ ਕੰਪੇਅਰ ਕਰ ਰਿਹਾ ਸੀ ਕਿ ਜਦੋਂ ਮੈਂ 73 ਦੇ ਵਿੱਚ BA ਕੀਤੀ ਸੀ, ਉਸ ਟਾਈਮ ਦੇ ਉੱਤੇ ਜੋ ਕਾਲਜ ਦੇ ਵਿੱਚ BA ਦੇ ਵਿੱਚ ਫਸਟ ਸਟੈਂਡ ਕੀਤਾ ਸੀ ਬੱਚਾ, ਉਸ ਤੇ 51% ਮਾਰਕ ਸੀ, 51% ਮਾਰਕ ਸੀ ਤੇ ਉਹ ਕਾਲਜ ਦੇ ਵਿੱਚ ਟੌਪ ਕੀਤਾ ਸੀ। ਲੇਕਿਨ ਉਹ ਜੋ ਬੱਚਾ ਟੌਪ ਕੀਤਾ ਸੀ ਉਹ ਵਾਕਈ ਇੱਕ ਨੌਲੇਜ ਵਾਲਾ ਸੀ, ਇੱਕ ਸਿਆਣਾ ਸੀ, ਔਰ ਬਾਅਦ ਦੇ ਵਿੱਚ ਉਹ IAS ਵੀ ਬਣਿਆ। ਮੇਰੇ ਆਪਣੇ 50% ਦੇ ਕਰੀਬ ਨੰਬਰ ਸੀ। ਮੈਂ ਯੂਨੀਵਰਸਿਟੀ ਦੇ ਵਿੱਚ ਵਾਈਸ ਚਾਂਸਲਰ ਦੇ ਤੌਰ ਤੇ ਸੇਵਾ ਨਿਭਾਉਣ ਦੇ ਕਾਬਿਲ ਬਣ ਸਕਿਆ। ਤੇ ਅੱਜ ਦੇ ਬੱਚੇ 98-99%, ਜਿੱਦਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਆਪਾਂ, ਕਿ 98-99% ਨੰਬਰ ਲੈ ਕੇ ਫਿਰ ਵੀ ਉਹ 5-5, 4-4 ਹਜ਼ਾਰ ਦੀ ਨੌਕਰੀ ਦੇ ਲਈ ਧੱਕੇ ਖਾਂਦੇ ਫਿਰਦੇ ਨੇ। ਕਿਉਂ? ਸੋ ਸਾਨੂੰ ਇਹ ਸੋਚਣ ਦੀ ਲੋੜ ਹੈ। ਇਹ ਬਿਲਕੁਲ ਠੀਕ ਹੈ ਕਿ ਸਾਡੇ ਭਾਰਤ ਦੇ ਵਿੱਚ ਜੋ ਵਿਦਿਆ ਪ੍ਰਣਾਲੀ ਸੀ ਉਹ ਇੰਨੀ ਚੰਗੀ ਸੀ, ਮੈਂ ਸੀ ਵਰਡ ਯੂਜ਼ ਕਰ ਰਿਹਾ, ਲੇਕਿਨ ਮੌਜੂਦਾ ਸਮੇਂ ਦੇ ਵਿੱਚ ਉਸ ਦੇ ਵਿੱਚ ਨਿਘਾਰ ਆ ਚੁੱਕੇ ਆ। ਆਉਣ ਦੇ ਬਹੁਤ ਕਾਰਨ ਹੋ ਸਕਦੇ ਨੇ, ਆਪਾਂ ਉਹਨਾਂ ਵਿੱਚ ਨਾ ਜਾਈਏ, ਲੇਕਿਨ ਸਾਨੂੰ ਇਹ ਜ਼ਰੂਰ ਅਹਿਸਾਸ ਕਰ ਲੈਣਾ ਚਾਹੀਦਾ ਹੈ ਕਿ ਸਾਡੀ ਅੱਜ ਦੀ ਵਿਦਿਆ ਪ੍ਰਣਾਲੀ ਦੇ ਵਿੱਚ ਜੋ ਨਿਘਾਰ ਆਇਆ ਹੈ ਉਸ ਤੇ ਚਿੰਤਨ ਕਰਦੇ ਹੋਏ ਉਸ ਨੂੰ ਇੰਪਰੂਵ ਕਰਨ ਦੀ ਲੋੜ ਹੈ। ਕਾਰਨ ਬਹੁਤ ਕੁਝ ਹੋ ਸਕਦੇ ਨੇ, ਲੇਕਿਨ ਮੈਂ ਇੱਕ ਚੀਜ਼ ਜ਼ਰੂਰ ਦੱਸਣੀ ਚਾਹੁੰਦਾ ਕਿ ਭਾਰਤ ਦੇ ਵਿੱਚ ਵੀ 1882 ਤੋਂ ਲੈ ਕੇ ਇਸ ਨੂੰ ਇੰਪਰੂਵਮੈਂਟ ਔਰ ਐਜੂਕੇਸ਼ਨ ਪਾਲਿਸੀ ਦੇ ਵਿੱਚ ਡਿਸਕਸ਼ਨਸ ਹੁੰਦੀਆਂ ਰਹੀਆਂ ਨੇ। ਚਾਹੇ ਉਹ 1968 ਦੇ ਵਿੱਚ, ਰਾਦਰ ਜੇ ਮੈਂ ਕਹਾਂ ਤਾਂ ਆਜ਼ਾਦੀ ਮਿਲਣ ਤੋਂ ਬਾਅਦ 1949 ਦੇ ਵਿੱਚ ਡਾਕਟਰ ਰਾਧਾ ਕ੍ਰਿਸ਼ਨਨ ਜੀ ਦੀ ਪ੍ਰਧਾਨਗੀ ਦੇ ਵਿੱਚ ਕਮਿਸ਼ਨ ਬਣਿਆ ਸੀ, ਐਜੂਕੇਸ਼ਨ ਕਮਿਸ਼ਨ, ਜਿਨ੍ਹਾਂ ਨੇ ਆਪਣੀ ਬਹੁਤ ਲੰਬੀ ਰਿਪੋਰਟ ਦਿੱਤੀ ਸੀ ਔਰ ਜਿਹਦੇ ਬੇਸ ਦੇ ਉੱਤੇ ਜਾ ਕੇ ਫਿਰ 1968 ਦੇ ਵਿੱਚ ਐਜੂਕੇਸ਼ਨ ਪਾਲਿਸੀ ਆਈ, 1986 ਦੇ ਵਿੱਚ ਆਈ, ਤੇ ਹੁਣ ਅਸੀਂ 2020 ਦੇ ਵਿੱਚ 2020 ਦੇ ਵਿੱਚ ਅਸੀਂ ਨਿਊ ਐਜੂਕੇਸ਼ਨ ਪਾਲਿਸੀ ਲੈ ਕੇ ਆਂਦੀ ਹੈ। ਇੱਕ ਨੈਸ਼ਨਲ ਨੌਲੇਜ ਕਮਿਸ਼ਨ ਬਣਿਆ ਸੀ ਡਾਕਟਰ ਮਨਮੋਹਨ ਸਿੰਘ ਜੀ ਦੀ
गवर्नमेंट के टाइम के उत्ते सैम पिट्रोदा जी की अगवाई दे विच उन्होंने ने अपनी रिपोर्ट दी सी। उस तो पहला साडे इंडिया दे विच यूनीवर्सिटीज़ की बड़ी बहुत बहुत लिमिटेड नंबर होया करता सी, पर उस तो बाद जो उन्होंने सुजैशन के उत्ते प्राइवेट यूनीवर्सिटी स्टार्ट हुई। अज साडे कोल इंडिया दे विच कोई 1027 यूनीवर्सिटीज़ जिन्हां दे विचों 444 जिहड़ियां यूनीवर्सिटीज़ ने वो साडियां स्टेट यूनीवर्सिटीज़ ने, 54 साडियां जिहड़ियां यूनीवर्सिटीज़ ने वो सेंट्रल यूनीवर्सिटीज़ ने। इत्थे मैं कहना चाहुंदा कि हुण अज साडे कोल 403 प्राइवेट यूनीवर्सिटीज़ जिहड़ियां स्टेट यूनीवर्सिटी असीं पढ़े हैं, गिल साहब कह लो जां मैं पढ़िया जां इवन ਚੱਠਾ साहब तुसीं पढ़े हो जां बाकी भी साडे जिन्ने सीनियर ने वो पढ़े ने। ਅਸੀਂ स्टेट यूनीवर्सिटी उत्थे पढ़े हैं जिस टाइम के उत्ते एक टीचर के नाम से डिपार्टमेंट जाना जाता सी। डॉक्टर दयाल लॉ डिपार्टमेंट, डॉक्टर गुरम, डॉक्टर गंडा सिंह, डॉक्टर जोध सिंह, उन्होंने डिपार्टमेंट के नाम नाल नहीं सी जाना जाता, बल्कि उन्होंने नाम नाल जाना जाता सी डॉक्टर एच.के. मनमोहन सिंह इकनॉमिक्स, डॉक्टर गोसल जोग्राफी। हरेक यूनीवर्सिटी, पंजाब यूनीवर्सिटी, पंजाबी यूनीवर्सिटी या गुरु नानक देव यूनीवर्सिटी की आपां गल कर लईए। अज पोजीशन की है? अज यूनीवर्सिटी सारी दे विच तुसीं किन्ने बंदियां नूं कह सकते हैं कि उन्हां दे नाम नाल डिपार्टमेंट जाना जाता? कि ये निगार नहीं साडे सामने है? लोड़ है समय की कि सानू देखण दी लोड़ है कि असीं इन्हां दे विच किद्दां इंप्रूवमेंट कर सकदे। अज एक वाइस चांसलर वो सफल है किसी भी यूनीवर्सिटी का, मैं बिना नाम लत्ते कह रहा, जिहड़ा फैकल्टी दी जो बजट है, जो टीचर्स रखण दा बजट है, वो घट रख के उहदे विचों जो बचदा है उहदे ते यूनीवर्सिटी चला रहा, उहनूं बेस्ट गिणिया जाता है। पंजाबी डिपार्टमेंट किसी यूनीवर्सिटी दे विच किसी वक्त के उत्ते 35 परमानेंट टीचर होया करदे सी, जिह च प्रोफैसर, एसोसीएट प्रोफैसर, असिस्टेंट प्रोफैसर सी। अज उत्थे जाके देख लो किन्ने प्रोफैसर ने, शायद उंगलियां ते गिनने पै जाण। किन्ने उत्थे एसोसीएट प्रोफैसर ने ते किन्ने असिस्टेंट ने ते किन्ने उत्थे एडहॉक ते रखे हुए ने, जिन्हां दी गिनती बहुत ज़्यादा है। यही हाल कॉलेजेस दे विच अज कॉलेजेस दे विच जो एडेड पोस्टां सीगियां वो कित्थे रह गईयां ने? जिहड़े एडेड पोस्ट दे अगेंस्ट लगदे सी, क्योंकि मैं इत्थे एक गल कहनी चाहुंदा है कि जिहड़ा टीचिंग है ना, टीचिंग इज नॉट ए मैनुअल लेबर। अध्यापक जिहड़ा है उहनूं दिमागी तौर ते संतुष्टि होनी चाहिए है, तभी वो खोज कर सकता। हुण क्वेश्चन यह आ जाता है कि साडे इंडिया दे विच एक चंगा टीचर बनाउण दे लई, जिद्दां मैं कह रहा कि खोज की लोड़ है, उहनूं रिसर्च ओरीएंटेड होने की लोड़ है। उहदे विच रोल किन्ना है, गौरमेंट का रोल किन्ना? जे मैं डाटे ते जावां, गौरमेंट का जिहड़ा अपना डाटा है, तो उहदे विच जिहड़ा इहदे विच इन्वेस्टमेंट कीती गई है GDP दी, वो साडे कोल सिर्फ 0.69% के करीब है इंडिया दे विच, जबकि बाकी कंट्री दे विच, USA दे विच जां ईवन इजराइल दे विच इट इज मोर दैन 4.5। सो इन्वेस्टमेंट असीं कित्थे कर रहे हैं? असीं सिर्फ शो ऑफ के तौर पर कर रहे हैं। अज प्राइवेट यूनीवर्सिटियां पंजाब दे विच, मैं हायर एजुकेशन की गल करदा क्योंकि स्कूल एजुकेशन के बारे दे विच काफ़ी गल हो चुकी है, जिहदे विच दोनों पक्ष अपने सामने आ चुके हैं कि प्राइवेट स्कूल्स का की रोल है और पब्लिक स्कूल का या गौरमेंट स्कूलों का की रोल है। ये बिल्कुल सच्चाई है, जिद्दां शुरू दे विच धुरी जी ने भी गल कीती सी कि प्राइवेट जिहड़े अजकल गौरमेंट स्कूल्स ने, उत्थे बेचारे गरीब बच्चे ही रह गए ने पढ़न दे लई। मैं आप अपने जिस स्कूल च मैं पढ़िया सीगा, गौरमेंट प्राइमरी स्कूल नंबर 5 खन्ना, जदों मैं विजिट किया तो उत्थे 129 बच्चे सी, जिहड़े 129 दे 29 ਉਹ बच्चे सी ਜਿਹੜੇ बहुत गरीब परिवारां ਨੂੰ, जिन्हां ਨੂੰ बेचारिਆਂ ਨੂੰ सर्दियां ਦੇ ਵਿੱਚ ਕੋਟੀਆਂ नहीं सी मिल रਹੀਆਂ पाउण ते। और उत्थे एक अमीर का बच्चा किस तरीके नाल पढ़ाउण पाउणगे? क्योंकि इंफ्रास्ट्रक्चर दे विच बहुत डिफरेंस है। इंफ्रास्ट्रक्चर प्राइवेट स्कूल का उन्होंने अट्रैक्शन करनी है, लेकिन प्राइवेट स्कूलों के विच भी किन्ने टीचर अपने दिल ते हथ रख के असीं कहिए कि किन्ने टीचर ने जिन्हां नूं असीं नोटिफाइड जो पे स्केल है वो दे रहे हैं, या किन्ने 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 टीचर ने जिन्हां नूं असीं वाकई परमानेंट रखिया होया स्कूलों के विच।
ਔਰ ਦੂਸਰੇ ਪਾਸੇ ਜਿਹੜੇ ਸਕੂਲਾਂ ਦੇ ਵਿੱਚ ਆਪਣਾ ਸਰਕਾਰੀ ਸਕੂਲਾਂ ਦੇ ਵਿੱਚ ਟੀਚਰਸ ਨੇ ਕਿਹਾ ਉਹਨਾਂ ਨੂੰ ਅਸੀਂ ਟੀਚਰ ਦੇ ਤੌਰ ਤੇ ਡੀਲ ਕਰ ਰਹੇ ਹਾਂ। ਔਰ ਉੱਥੇ ਵੀ ਹੁਣ ਅੱਜ ਕੱਲ੍ਹ ਕਿੰਨੇ ਪਰਮਾਨੈਂਟ ਟੀਚਰਸ ਨੇ ਜਾਂ ਜਿਹੜੇ ਅਡਹੌਕ ਤੇ ਜਾਂ ਦੂਜੇ ਤਰੀਕੇ ਨਾਲ ਅਸੀਂ ਰੱਖੇ ਹੋਏ ਨੇ, ਉਹ ਟੀਚਰਸ ਦੀ ਤਨਖਾਹ ਕਿੰਨੀ ਹੈ। ਔਰ 2 ਟੀਚਰਾਂ ਨੂੰ ਕਿਹਾ ਅਸੀਂ ਸਿਰਫ ਐਜੂਕੇਸ਼ਨ ਪਰਪਸ ਲਈ ਵਰਤ ਰਹੇ ਹਾਂ, ਜਾ ਕੇ ਬਾਕੀ ਕੰਮਾਂ ਲਈ ਕਿ ਚਲੋ ਅੱਜ ਇਲੈਕਸ਼ਨ ਤੇ ਚਲੋ ਜੀ ਤੁਸੀਂ ਆਹ ਕਰੋ ਜੀ, ਤੁਸੀਂ ਉਹ ਕਰੋ ਜੀ, ਉੱਥੇ ਅਸੀਂ ਲਿਜਾ ਰਹੇ ਹਾਂ। ਸੋ ਇਹ ਜਿਹੜਾ ਨਿਗਾਰ ਆਇਆ ਸਾਡੇ ਟਾਈਮ ਦੇ ਉੱਤੇ, ਜੋ ਟੀਚਰ ਸੀ ਉਹ ਡਿਵੋਟਡ ਸੀ, ਪਰਮਾਨੈਂਟ ਸੀ, ਚਾਹੇ ਉਹ ਸਕੂਲ ਦੀ ਗੱਲ ਕਰ ਲਈਏ, ਚਾਹੇ ਕਾਲਜ ਦੀ ਗੱਲ ਕਰ ਲਈਏ ਤੇ ਚਾਹੇ ਯੂਨੀਵਰਸਿਟੀ ਦੀ ਗੱਲ ਕਰ ਲਈਏ। ਉੱਥੇ ਟੀਚਰਾਂ ਦੀ ਸੈਲਰੀ ਬਚਾ ਕੇ, ਟੀਚਰਾਂ ਨੂੰ ਪਰਮਾਨੈਂਟ ਨਾ ਰੱਖ ਕੇ, ਘੱਟ ਤਨਖਾਹਾਂ ਤੇ ਰੱਖ ਕੇ, 21,600 ਤੇ ਰੱਖ ਕੇ, ਬਚਾ ਕੇ ਪੈਸੇ ਜਿਹਨਾਂ ਨੂੰ ਅਸੀਂ 1 ਲੱਖ ਦੇਣਾ ਹੈ ਜਾਂ 1.25 ਲੱਖ ਰੁਪਇਆ ਦੇਣਾ ਹੈ, ਜਾਂ ਅਸੀਂ 70-80 ਹਜ਼ਾਰ ਦੇਣਾ, ਜੇ ਉਹਨਾਂ ਨੂੰ ਅਸੀਂ 15,000 ਤੇ ਜਾਂ 21,600 ਤੇ ਰੱਖ ਕੇ ਅੱਜ ਦੇ ਰਹੇ ਹਾਂ, ਤਾਂ ਕਿੱਥੋਂ ਅਸੀਂ ਸਟੈਂਡਰਡ ਐਕਸਪੈਕਟ ਕਰ ਰਹੇ ਹਾਂ। ਸੋ ਇਹਦੇ ਵਿੱਚ ਬਹੁਤ ਇੰਪਰੂਵਮੈਂਟ ਕਰਨ ਦੀ ਲੋੜ ਹੈ। ਔਰ ਜੇ ਸਾਡੇ ਕੋਲ 1027 ਯੂਨੀਵਰਸਿਟੀਆਂ ਨੇ ਸਾਰੇ ਭਾਰਤ ਦੇ ਵਿੱਚ, ਸਾਡੇ ਪੰਜਾਬ ਦੀ ਮੈਂ ਸਿਰਫ ਗੱਲ ਤੇ ਲਿਆਵਾਂ, ਸਾਡੇ ਕੋਲ 34 ਦੇ ਕਰੀਬ, ਜਿੱਦਾਂ ਅਰਵਿੰਦਰ ਜੀ ਨੇ ਦੱਸਿਆ, 33-34 ਪ੍ਰਾਈਵੇਟ ਯੂਨੀਵਰਸਿਟੀਜ਼। 2005 ਦੇ ਵਿੱਚ ਪਹਿਲੀ ਯੂਨੀਵਰਸਿਟੀ ਬਣੀ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਔਰ ਜਿਨ੍ਹਾਂ ਦੇ ਚਾਂਸਲਰ ਜਾਂ ਜਿਹੜੇ ਉਹਨਾਂ ਦੇ ਚੇਅਰਮੈਨ ਨੇ, ਉਹ ਇਸ ਵਾਰੀ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਉਹ ਰਾਜ ਸਭਾ ਦੇ ਮੈਂਬਰ ਲੱਤੇ ਜਾ ਚੁੱਕੇ ਨੇ। ਪਹਿਲੀ ਯੂਨੀਵਰਸਿਟੀ ਬਣਨ ਤੋਂ ਬਾਅਦ ਇੱਕ ਕੰਪੈਰੀਜ਼ਨ ਸ਼ੁਰੂ ਹੋਇਆ ਕਿ ਪ੍ਰਾਈਵੇਟ ਯੂਨੀਵਰਸਿਟੀ ਤੇ ਸਟੇਟ ਯੂਨੀਵਰਸਿਟੀ ਦੇ ਵਿੱਚ ਕੀ ਫਰਕ ਹੋਇਆ ਕਰਦਾ। ਉਸ ਤੋਂ ਬਾਅਦ 2010 ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬ ਪ੍ਰਾਈਵੇਟ ਯੂਨੀਵਰਸਿਟੀ ਪਾਲਿਸੀ ਆ ਗਈ, ਜਿਹਦੇ ਅੰਡਰ ਯੂਨੀਵਰਸਿਟੀਜ਼ ਬਣਨੀਆਂ ਸ਼ੁਰੂ ਹੋਈਆਂ ਤੇ 9 ਆਪਣੇ ਕੋਲ 33 ਜਾਂ 34 ਯੂਨੀਵਰਸਿਟੀਜ਼ ਹੈਗੀਆਂ, 1-2 ਅੰਡਰ ਪ੍ਰੋਸੈਸ ਨੇ, ਇਸ ਕਰਕੇ ਐਗਜ਼ੈਕਟ ਨੰਬਰ 33 ਜਾਂ 34 ਨਾ। ਇਹਨਾਂ ਯੂਨੀਵਰਸਿਟੀਆਂ ਦੇ ਵਿੱਚ ਮੈਨੂੰ 2 ਯੂਨੀਵਰਸਿਟੀਆਂ, ਇੱਕ ਹਿਮਾਚਲ ਦੀ ਤੇ ਇੱਕ ਪੰਜਾਬ ਦੀ ਪ੍ਰਾਈਵੇਟ ਯੂਨੀਵਰਸਿਟੀ 'ਚ ਕੰਮ ਕਰਨ ਦਾ ਮੌਕਾ ਮਿਲਿਆ। ਬਾਕੀ ਸਾਰੀਆਂ ਯੂਨੀਵਰਸਿਟੀਆਂ ਦਾ ਸਿਸਟਮ ਪੜ੍ਹਨ ਦਾ ਮੌਕਾ ਮਿਲਿਆ, ਉਹਨਾਂ ਦੇ ਵਾਈਸ ਚਾਂਸਲਰਸ ਦੇ ਨਾਲ, ਉਹਨਾਂ ਦੇ ਰਜਿਸਟਰਾਰਸ ਦੇ ਨਾਲ ਬੈਠ ਕੇ ਗੱਲ ਕਰਨ ਦਾ ਮੌਕਾ ਮਿਲਿਆ। ਅੱਜ ਵੀ ਤੁਸੀਂ ਜਿਹੜੀ ਬੈਸਟ ਪੰਜਾਬ ਦੇ ਵਿੱਚ ਜਿਹੜੀ ਯੂਨੀਵਰਸਿਟੀ, ਇੱਕ ਯੂਨੀਵਰਸਿਟੀ ਹੈਗੀ ਹੈ, ਮੈਂ ਉਹਦਾ ਨਾਮ ਨਾ ਲਵਾਂ ਤਾਂ ਬੜੀ ਚੰਗਾ, ਕਿਉਂਕਿ ਸਾਡੇ ਸਿੱਖਾਂ ਦੇ ਲਈ ਬੜੀ ਨਮੋਸ਼ੀ ਹੋ ਜਾਏਗੀ ਉਸ ਗੱਲ ਦੇ ਲਈ, ਕਿ UGC ਦੀ ਵੈਬਸਾਈਟ ਤੇ ਵਾਈਸ ਚਾਂਸਲਰ ਸੱਚ ਐਂਡ ਸੱਚ, ਰਜਿਸਟਰਾਰ ਦਾ ਸੇਮ ਪਰਸਨ ਸੱਚ ਐਂਡ ਸੱਚ। ਫਰਕ ਕੀ ਪਾਤਾ ਕਿ ਇੱਕ ਜਗ੍ਹਾ ਡਾਕਟਰ ਲਿਖਦਾ, ਇੱਕ ਜਗ੍ਹਾ ਵੈਸੇ ਨਾਂ ਲਿਖਦਾ, ਲੇਕਿਨ ਮੋਬਾਈਲ ਨੰਬਰ ਦੋਨਾਂ ਦਾ ਉਹੀ ਸੇਮ। ਸੋ ਜੇ ਸਾਡੀਆਂ ਇੱਕ ਇਹ ਜਿਹੜੀ ਯੂਨੀਵਰਸਿਟੀਜ਼ ਦੇ ਵਿੱਚ ਇਹ ਹਾਲ ਹੈ ਕਿ ਵਾਈਸ ਚਾਂਸਲਰ ਵੀ ਆਫੀਸ਼ੀਏਟਿੰਗ ਹੈ, ਉਹ ਵੀ ਪਰਮਾਨੈਂਟ ਵਾਈਸ ਚਾਂਸਲਰ ਨਹੀਂ, ਔਰ ਪਿਛਲੇ ਕਿੰਨੇ ਸਾਲਾਂ ਤੋਂ ਚੱਲਿਆ ਹੈ। ਔਰ ਜੇ ਹੋਰ ਅੱਗੇ ਦੇਖਣਾ ਤਾਂ ਫੇਵਰਿਟਿਜ਼ਮ ਕਰਨ ਦਾ ਕੀ ਤਰੀਕਾ ਬਣ ਚੁੱਕਿਆ ਹੈ ਕਿ ਯੂਨੀਵਰਸਿਟੀ ਦੇ ਵਿੱਚ ਜੀ ਪ੍ਰੋ ਵਾਈਸ ਚਾਂਸਲਰ ਲਾ ਦਿਓ, ਪਰਮਾਨੈਂਟ ਵਾਈਸ ਚਾਂਸਲਰ ਨਹੀਂ ਲਾਉਣਾ ਹੈਗਾ, ਪ੍ਰੋ ਵਾਈਸ ਚਾਂਸਲਰ ਲਾ ਦਿਓ। ਜਦ ਕਿ ਪੰਜਾਬ ਦੇ ਪ੍ਰਾਈਵੇਟ ਯੂਨੀਵਰਸਿਟੀ ਐਕਟ ਜਿੰਨੇ ਬਣੇ ਹੋਏ ਨੇ ਸਾਰੇ ਕੱਢ ਕੇ ਦੇਖ ਲਓ, ਕਿਤੇ ਵੀ ਪ੍ਰੋ ਵਾਈਸ ਚਾਂਸਲਰ ਦੀ ਪੋਜੀਸ਼ਨ ਹੀ ਨਹੀਂ ਹੈਗੀ। ਇਟ ਇਜ਼ ਇਲੀਗਲ, ਇਟ ਇਜ਼ ਚੀਟਿੰਗ ਵਿਦ ਦ ਐਜੂਕੇਸ਼ਨ ਸਿਸਟਮ। ਤੁਸੀਂ ਵਾਈਸ ਚਾਂਸਲਰ ਚੰਗਾ ਰੱਖੋ, ਕੁਆਲੀਫਾਈਡ ਵਾਈਸ ਚਾਂਸਲਰ ਰੱਖੋ, ਤਾਂ ਕਿ ਉਹ ਅੱਗੇ ਸੇਧ ਦੇ ਸਕੇ। ਜਿਹੜਾ ਆਫੀਸ਼ੀਏਟਿੰਗ ਚੱਲ ਰਿਹਾ ਹੈ ਪਿਛਲੇ ਸਾਲਾਂ ਤੋਂ, ਇੱਕ ਯੂਨੀਵਰਸਿਟੀ ਦਾ ਨਹੀਂ, ਬਾਕੀ ਯੂਨੀਵਰਸਿਟੀ ਪ੍ਰਾਈਵੇਟ ਯੂਨੀਵਰਸਿਟੀਆਂ ਦਾ ਹਾਲ ਚੱਕ ਕੇ ਦੇਖ ਲਓ, ਕਿੰਨੀਆਂ 33 ਯੂਨੀਵਰਸਿਟੀਆਂ ਦੇ ਵਿੱਚ ਪਰਮਾਨੈਂਟ ਵਾਈਸ ਚਾਂਸਲਰ ਕੁਆਲੀਫਾਈਡ ਨੇ। UGC ਕਹਿੰਦੀ ਹੈ ਕਿ 10 ਸਾਲ ਪ੍ਰੋਫੈਸਰ ਰਹਿਣਾ ਚਾਹੀਦਾ ਯੂਨੀਵਰਸਿਟੀ, ਤਦ ਵਾਈਸ ਚਾਂਸਲਰ ਬਣੇਗਾ। ਤੁਸੀਂ ਸਾਰਿਆਂ ਦਾ ਐਨਾਲਿਸਿਸ ਕਰਕੇ ਦੇ। ਮੈਂ ਸਿਰਫ ਇਸ ਕਰਕੇ ਦੱਸ ਰਿਹਾ ਸਾਰੀਆਂ ਗੱਲਾਂ ਕਿ ਤੁਸੀਂ ਦੇਖੋ ਕਿ ਸਾਨੂੰ ਇੰਪਰੂਵਮੈਂਟ ਕਰਨ ਦੀ ਕਿੱਥੇ ਲੋੜ ਹੈ। ਇੰਪਰੂਵਮੈਂਟ ਇੱਥੇ ਕਰਨ ਦੀ ਲੋੜ ਹੈ ਕਿ ਜਿਹੜੇ ਨੋਰਮਸ ਨੇ ਜੇ ਅਸੀਂ ਉਹੀ ਅਪਲਾਈ ਕਰ ਦਈਏ, ਜਿਹੜੇ ਨੋਰਮਸ UGC ਦੁਆਰਾ ਫਿਕਸ ਕੀਤੇ ਗਏ ਨੇ, ਅਸੀਂ ਬਹੁਤ ਹੀ ਆਪਣੀ ਐਜੂਕੇਸ਼ਨ ਨੂੰ ਅੱਗੇ ਲਿਜਾ ਸਕਦੇ। ਅਰਵਿੰਦਰ ਢਿੱਲੋਂ ਜੀ ਦੀ ਗੱਲ ਬਹੁਤ ਚੰਗੀ ਹੈ ਕਿ ਅਸੀਂ ਕਿਤੇ ਮਾਰ ਨਹੀਂ ਖਾਦੇ, ਸਾਡਾ ਆਪਣਾ ਐਜੂਕੇਸ਼ਨ ਸਿਸਟਮ ਬਹੁਤ ਚੰਗਾ। 2005 ਦੇ ਵਿੱਚ ਮੈਂ ਪਹਿਲੀ ਵਾਰੀ ਅਮਰੀਕਾ ਆਇਆ ਸੀ। ਜਦੋਂ ਅਮਰੀਕਾ ਆ ਕੇ ਮੈਂ ਯੂਨੀਵਰਸਿਟੀ ਦੇ ਵਿੱਚ, ਜਿੱਥੇ ਮੇਰਾ ਬੇਟਾ ਪੜ੍ਹ ਰਿਹਾ ਸੀ, ਮਸੂਰੀ ਯੂਨੀਵਰਸਿਟੀ ਆਫ ਮਸੂਰੀ, ਕੋਲੰਬੀਆ ਸਟੇਟ ਦੇ ਵਿੱਚ, ਜਦੋਂ ਮੈਂ ਉੱਥੇ ਗਿਆ ਤਾਂ ਉੱਥੇ ਦੇ ਜਿਹੜੇ ਡੀਨ ਸੀ ਉਹਨੇ ਮੈਨੂੰ ਇਨਵਾਈਟ ਕੀਤਾ ਕਿ ਜੀ ਸਾਡਾ ਐਗਰੀਕਲਚਰ ਸਕੂਲ ਜਿਹੜਾ ਹੈਗਾ ਉਹ ਬਹੁਤ ਬੈਸਟ ਹੈ ਅਮਰੀਕਾ ਦੇ ਵਿੱਚ, ਤੁਸੀਂ ਉੱਥੇ ਵਿਜ਼ਿਟ ਕਰੋ। ਕਿਉਂਕਿ ਤੁਹਾਡੇ ਖਾਲਸਾ ਕਾਲਜ ਦੇ ਵਿੱਚ ਵੀ, ਮੈਂ ਉੱਥੇ ਖਾਲਸਾ ਕਾਲਜ ਪ੍ਰਿੰਸੀਪਲ ਹੋਇਆ ਕਰਦਾ ਸੀ, ਕਿ ਖਾਲਸਾ ਕਾਲਜ ਵੀ ਐਗਰੀਕਲਚਰ ਹੈ, ਆਪਾਂ ਇੰਟਰੈਕਸ਼ਨ ਕਰੀਏ। ਆਈ ਸੈਡ ਮੋਸਟ ਵੈਲਕਮ। ਅਸੀਂ ਉੱਥੇ ਗਏ ਜੀ। ਉਸ ਬਿਲਡਿੰਗ ਦੇ ਵਿੱਚ, ਜੋ ਬਿਲਡਿੰਗ ਸੀ ਉਹ 5 ਮੰਜ਼ਲੀ ਸੀਗੀ,
ਉਹ 5 ਮੰਜ਼ਿਲਾਂ ਦੇ ਵਿੱਚ ਚੌਥੀ ਮੰਜ਼ਿਲ ਤੇ ਮੈਨੂੰ ਉਹ ਸਪੈਸ਼ਲੀ ਲੈ ਕੇ ਗਿਆ ਜਿੱਥੇ ਕਿ PhD ਸਟੂਡੈਂਟ ਰਿਸਰਚ ਕਰ ਰਹੇ ਸੀ। ਚੱਠਾ ਜੀ ਤੁਸੀਂ ਜਾਣ ਕੇ ਹੈਰਾਨ ਹੋ ਜਾਓਗੇ ਕਿ 25 PhD ਸਟੂਡੈਂਟਸ ਦੇ ਵਿੱਚੋਂ 20 ਸਟੂਡੈਂਟਸ ਇੰਡੀਅਨ ਸੀਗੇ। ਸਿਰਫ 5 ਸਟੂਡੈਂਟ ਜਿਨ੍ਹਾਂ ਚੋਂ 3 ਸਟੂਡੈਂਟ ਅਮਰੀਕਨ ਸੀ ਔਰ 2 ਸਟੂਡੈਂਟ ਬਾਕੀ ਹੋਰ ਕੰਟਰੀ ਦੇ ਸੀ। ਸੋ ਅਸੀਂ ਇਸ ਚੀਜ਼ ਨੂੰ ਲੈ ਕੇ ਤੁਰੋ ਕਿ 2005 ਸਾਡੀ ਪੋਜੀਸ਼ਨ ਇਹ ਸੀ। ਔਰ ਅੱਜ ਵੀ ਸਾਡਾ ਜਿਹੜਾ ਕ੍ਰੀਮ ਹੈ ਨਾ, ਜਿਹੜੇ ਇੰਟੈਲੀਜੈਂਟ ਬੱਚੇ ਨੇ ਉਹ ਬਾਹਰਲੇ ਯੂਨੀਵਰਸਿਟੀਆਂ 'ਚ ਆ ਕੇ ਉਹੀ ਰੁਤਬਾ ਬਣਾਈ ਬੈਠੇ। ਚਾਹੇ ਮੈਂ ਆਪਣੇ ਬੇਟੇ ਦੀ ਮੈਂ ਗੱਲ ਕਰਾਂ ਕਿ ਯੂਨੀਵਰਸਿਟੀ ਦੇ ਵਿੱਚ ਹੀ ਇਜ਼ ਮੈਨੇਜਿੰਗ ਡਾਇਰੈਕਟਰ ਆਫ ਹਿਸਟੋਰਿਕਲ ਇੰਸਟੀਚਿਊਟ ਆਫ ਡਿਸਪਿਊਟ ਰੈਜ਼ੋਲੂਸ਼ਨ। LLB ਕਿੱਥੋਂ ਕੀਤੀ ਹੈ? ਇੰਡੀਆ ਦੇ ਵਿੱਚੋਂ। ਸੋ ਇਹ ਇਕੱਲਾ ਨਹੀਂ, ਇਦਾਂ ਦੇ ਸੈਂਕੜੇ ਹੋਰ ਨੇ ਜਿਹੜੇ ਬਾਕੀ ਯੂਨੀਵਰਸਿਟੀਆਂ ਦੇ ਵਿੱਚ, ਬਾਕੀ ਐਜੂਕੇਸ਼ਨ ਤੇ ਆਪਣੇ ਫੀਲਡ ਦੇ ਵਿੱਚ ਆ ਕੇ ਆਪਣਾ ਨਾਮ ਐਸਟੈਬਲਿਸ਼ ਕਰ ਚੁੱਕੇ ਨੇ, ਬਹੁਤ ਅੱਛੇ ਚੱਲ ਰਹੇ। ਸੋ ਇਹ ਬਿਲਕੁਲ ਸਹੀ ਹੈ ਗੱਲ ਰਵਿੰਦਰ ਢਿੱਲੋਂ ਜੀ ਦੀ ਕਿ ਸਾਨੂੰ ਨਮੋਸ਼ੀ ਨਹੀਂ ਹੋਣੀ ਚਾਹੀਦੀ, ਰਾਦਰ ਸਾਨੂੰ ਸਟੈਪ ਲੈਣੇ ਚਾਹੀਦੇ ਨੇ ਕਿ ਹਾਊ ਵੀ ਕੈਨ ਇੰਪਰੂਵ ਦਾ ਸਿਸਟਮ। ਜਦੋਂ ਅਸੀਂ ਹੁਣ ਪੰਜਾਬ ਦੇ ਵਿੱਚ ਜੇ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਉੱਤੇ ਮੈਂ ਫਿਰ ਆਵਾਂ ਕਿ ਹਿਮਾਚਲ ਦੇ ਵਿੱਚ ਰੈਗੂਲੇਟਰੀ ਕਮਿਸ਼ਨ ਬਣਿਆ ਹੋਇਆ। ਪੰਜਾਬ ਦੇ ਵਿੱਚ ਮੈਨੂੰ ਆਪਣੇ ਵਾਈਸ ਚਾਂਸਲਰਸ਼ਿਪ ਦੀ ਟੈਨਿਓਰ ਦੌਰਾਨ ਪਤਾ ਹੈ ਕਿ 2 ਵਾਰੀ ਐਜੂਕੇਸ਼ਨ ਮਿਨਿਸਟਰ ਨੇ ਇਹ ਹਮਲਾ ਮਾਰਿਆ ਜਾਂ ਮਾਰਨ ਦੀ ਡਰਾਮਾ ਕੀਤਾ। ਔਰ ਜਦੋਂ ਵੀ ਉਹਨੇ ਇਹ ਨਾਂ ਲਿੱਤਾ ਕਿ ਰੈਗੂਲੇਟਰੀ ਕਮਿਸ਼ਨ ਬਣਨਾ ਤਾਂ ਇਹੀ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਜਿਹੜੇ ਮਾਲਕ ਨੇ ਉਹ ਜਾ ਕੇ ਥੈਲੀ ਦੇ ਆਏ ਔਰ ਉੱਥੇ ਬੰਦ ਹੋ ਗਏ। ਅੱਜ ਤੱਕ ਵੀ ਨਹੀਂ ਹੈ। ਅੱਜ ਪੋਜੀਸ਼ਨ ਇਹ ਹੈ ਕਿ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਵਿੱਚ ਇੱਕ ਮੁਖੌਟਾ ਖੜਾ ਕੀਤਾ ਜਾਂਦਾ, ਹਰੇਕ ਸਕੂਲ ਦੇ ਵਿੱਚ ਡੀਨ ਹੈ ਜੀ, ਉਹਨੂੰ 2 ਲੱਖ ਵੀ, 1.5 ਲੱਖ ਵੀ, 2.5 ਲੱਖ ਵੀ ਸ਼ਾਇਦ ਦਿੱਤਾ ਜਾਂਦਾ ਹੋਵੇ। ਉਸ ਤੋਂ ਬਾਅਦ ਜਿੰਨੇ ਬਾਕੀ ਸਾਰੇ ਫੈਕਲਟੀ ਮੈਂਬਰਸ ਨੇ ਉਹ 16,000 ਜਾਂ 21,600 ਤੋਂ ਵੱਧ ਕਿਸੇ ਨੂੰ ਤਨਖਾਹ ਨਹੀਂ ਦਿੱਤੀ ਜਾਂਦੀ। ਕਿੰਨੇ ਪ੍ਰੋਫੈਸਰਸ ਨੇ ਜਿਹੜੇ ਕੁਆਲੀਫਾਈਡ ਨੇ, ਜਿਹਨਾਂ 2-2 2.5 ਲੱਖ ਦਿੱਤਾ ਜਾਂਦਾ, ਉਹ ਵੀ ਰਿਟਾਇਰਡ ਪ੍ਰੋਫੈਸਰ ਹੋ ਕੇ ਆ ਰਹੇ ਨੇ ਯੂਨੀਵਰਸਿਟੀਆਂ ਦੇ ਵਿੱਚੋਂ। ਸੋ ਨਾ ਪਰਮਾਨੈਂਟ ਪ੍ਰੋਫੈਸਰਸ ਨੇ, ਨਾ ਉੱਥੇ ਐਸੋਸੀਏਟ ਪ੍ਰੋਫੈਸਰਸ ਨੇ, ਨਾ ਪਰਮਾਨੈਂਟ ਅਸਿਸਟੈਂਟ ਪ੍ਰੋਫੈਸਰਸ ਨੇ। ਉਹਨਾਂ ਨੂੰ ਕਿਸ ਤਰੀਕੇ ਨਾਲ ਅਪਾਇੰਟਮੈਂਟ ਲੈਟਰ ਦਿੱਤੇ ਜਾਂਦੇ ਨੇ ਦੇਖ ਲਓ। ਜੇ ਸਾਰਾ ਕੁਝ ਰੈਗੂਲੇਟਰੀ ਨੋਰਮਸ ਦੇ ਮੁਤਾਬਕ ਜੋ UGC ਦਾ ਕੀਤਾ ਤਾਂ ਸਾਡੀਆਂ ਯੂਨੀਵਰਸਿਟੀ ਬੈਸਟ ਆਫ ਦ ਯੂਨੀਵਰਸਿਟੀਜ਼ ਬਣ ਸਕਦੀਆਂ। ਦੂਸਰੀ ਗੱਲ, ਮੈਂ ਪੰਜਾਬ ਦੀ ਜੇ ਬਾਕੀ ਸਟੇਟਾਂ ਨਾਲ ਗੱਲ ਕਰਾਂ, ਬਾਕੀ ਸਟੇਟਾਂ ਦੇ ਵਿੱਚ ਸਾਡੀਆਂ ਸਟੇਟ ਯੂਨੀਵਰਸਿਟੀਜ਼ ਜੇ ਤੁਸੀਂ ਉਹਨਾਂ ਦੇਖੋ ਤਾਂ 24 ਸਟੇਟ ਯੂਨੀਵਰਸਿਟੀ 24 ਆਂਧਰਾ ਪ੍ਰਦੇਸ਼ ਦੇ ਵਿੱਚ ਸਟੇਟ ਯੂਨੀਵਰਸਿਟੀਜ਼ ਨੇ। ਸਾਡੇ ਪੰਜਾਬ ਦੇ ਵਿੱਚ ਕਿੰਨੀਆਂ ਨੇ ਆਪੇ ਕੰਪੇਅਰ ਕਰਕੇ ਦੇਖ। ਜੇ ਕਾਲਜਸ ਦੀ ਆਪਾਂ ਗੱਲ ਕਰੀਏ ਤਾਂ ਟੋਟਲ 13,000 ਦੇ ਕਰੀਬ ਕਾਲਜਸ ਨੇ ਇੰਡੀਆ ਦੇ ਵਿੱਚ। ਇੱਕ ਸਟੇਟ ਦੇ ਵਿੱਚ 700 ਦੇ ਕਰੀਬ ਕਾਲਜ ਨੇ, ਸਾਡੇ ਕੋਲ 255 ਕਾਲਜ ਦੇ ਕਰੀਬ ਨੇ ਪੰਜਾਬ ਦੇ ਵਿੱਚ। ਮੈਡੀਕਲ ਕਾਲਜ ਦੀ ਆਪਾਂ ਗੱਲ ਕਰ ਲਓ, ਮੈਡੀਕਲ ਕਾਲਜਸ ਕੋਈ 562, ਡਾਕਟਰ ਗਿਲ ਸਾਹਿਬ ਸ਼ਾਇਦ ਮੈਨੂੰ ਕਰੈਕਟ ਕਰ ਸਕਣ ਜੇ ਮੈਂ ਗਲਤ ਡਾਟਾ ਕਲੈਕਟ ਕਰ ਲਿਆ ਹੋਵੇ ਕਿਤੋਂ, 562 ਦੇ ਕਰੀਬ ਕਾਲਜਸ ਨੇ ਜਿੱਥੇ 84,000 ਦੇ ਕਰੀਬ ਮੈਡੀਕਲ ਸਟੂਡੈਂਟਸ ਨੇ। ਔਰ ਉਹਦੇ ਵਿੱਚ ਕਰਨਾਟਕਾ ਦੇ ਵਿੱਚ 61 ਮੈਡੀਕਲ ਕਾਲਜਸ ਨੇ। ਔਰ ਜਦ ਕਿ ਪੰਜਾਬ ਦੇ ਵਿੱਚ ਕਿੰਨੇ ਨੇ? ਟੋਟਲ 11, 4 ਗਵਰਨਮੈਂਟ 7 ਪ੍ਰਾਈਵੇਟ। ਸਾਡੇ ਕੋਲ ਜਿਹੜੀਆਂ ਸੀਟਾਂ ਨੇ ਟੋਟਲ 1225 ਸੀਟਾਂ ਨੇ, ਜਦ ਕਿ ਕਰਨਾਟਕਾ ਦੇ ਵਿੱਚ 9,445 ਸੀਟਾਂ। ਸੋ ਸਾਨੂੰ ਇੱਕ ਜ਼ਰੂਰ ਦੇਖਣ ਦੀ ਲੋੜ ਹੈ ਇਸ ਤਰੀਕੇ ਨਾਲ ਇੰਜੀਨੀਅਰਿੰਗ ਕਾਲਜਸ ਦੀ ਗੱਲ ਕਰ ਲਈਏ ਤਾਂ 3299 ਦੇ ਕਰੀਬ ਕਾਲਜਸ ਨੇ। ਲਾਅ ਦੀ ਗੱਲ ਕਰ ਲਈਏ 1500 ਦੇ ਕਰੀਬ ਕਾਲਜਸ ਨੇ। ਸਾਨੂੰ ਦੇਖਣ ਦੀ ਇਹ ਲੋੜ ਹੈ ਕਿ ਪੰਜਾਬ ਦੇ ਵਿੱਚ ਜੋ ਐਜੂਕੇਸ਼ਨ ਦਾ ਇਸ ਵਕਤ ਨਿਗਾਰ ਆ ਚੁੱਕਿਆ ਉਹਨੂੰ ਬਹੁਤ ਜ਼ਿਆਦਾ ਇੰਪਰੂਵ ਕਰਨ ਦੀ ਲੋੜ ਹੈ, ਚਾਹੇ ਉਹ ਸਕੂਲ ਲੈਵਲ ਦੀ ਹੋਵੇ, ਚਾਹੇ ਉਹ ਕਾਲਜ ਲੈਵਲ ਦੀ ਹੋਵੇ ਤੇ ਚਾਹੇ ਉਹ ਯੂਨੀਵਰਸਿਟੀ ਲੈਵਲ ਦੀ ਹੋਵੇ। ਕਾਲਜਸ ਲੈਵਲ ਦੇ ਉੱਤੇ ਜੋ ਏਡਡ ਪੋਸਟਾਂ ਨੇ ਉਹਨਾਂ ਦੇ ਵਿੱਚ ਜੋ ਘਾਟਾ ਕੀਤਾ ਜਾ ਰਿਹਾ ਉਹਨੂੰ ਬੰਦ ਕਰਨਾ ਚਾਹੀਦਾ। ਏਡਡ ਪੋਸਟਾਂ ਹੋਣਗੀਆਂ ਤਾਂ ਪਰਮਾਨੈਂਟ ਟੀਚਰ ਪ੍ਰਾਈਵੇਟ ਕਾਲਜ ਜਿਨ੍ਹਾਂ ਕੋਲ ਪਹਿਲਾਂ ਸੀ ਉਹ ਰੱਖਣਗੇ, ਅਦਰਵਾਈਜ਼ ਨਹੀਂ ਉਹਨਾਂ ਨੇ ਵੀ ਉਹੀ 15,600 ਜਾਂ 21,600 ਵਾਲੇ ਟੀਚਰ ਰੱਖਣੇ ਨੇ ਜਿਹੜੇ ਕਦੇ ਵੀ ਜਸਟੀਫਾਈ ਨਹੀਂ ਕਰ ਸਕਦੇ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਇੱਕ ਗੱਲ ਤੇ ਆਪਾਂ ਕਨਕਲੂਡ ਕਰ ਲਈਏ ਕਿ ਅੱਜ ਦਾ ਜੋ ਵੈਬੀਨਾਰ ਕੀਤਾ ਗਿਆ ਤੁਹਾਡੇ ਜਗ ਪੰਜਾਬੀ ਸਭਾ ਵੱਲੋਂ ਜੱਥਾ ਜੀ ਔਰ ਬਾਕੀ ਤੁਹਾਡੀ ਬਹੁਤ ਹੀ ਜੋ ਕਾਬਲ ਟੀਮ ਹੈ, ਸਰਦੂਲ ਸਿੰਘ ਖਹਿਰਾ ਜੀ ਨੇ, ਬਾਕੀ ਹੋਰ ਸਾਰੇ ਰਾਮ ਬਥਰਾ ਜੀ ਤੋਂ ਮੈਂ ਬਾਕੀਆਂ ਦੇ ਨਾਮ ਮੈਂ ਲੈਣ ਦੀ ਬਜਾਏ ਮੈਂ ਕਹਿ ਦੂੰਗਾ ਕਿ ਬਹੁਤ ਇੱਕ ਅੱਛੀ ਟੀਮ ਦੁਆਰਾ ਇਹ ਸਾਰਾ ਬਹੁਤ ਐਜੂਕੇਸ਼ਨ ਦੇ ਉੱਤੇ ਤੁਸੀਂ ਕੀਤਾ ਤੇ ਜਿਹੜੀ
ਤੁਸੀਂ ਇਹ ਕਰਨ ਜਾ ਰਹੇ ਹੋ ਜੂਨ ਦੇ ਵਿੱਚ ਵਰਲਡ ਪੰਜਾਬੀ ਕਾਨਫਰੰਸ, ਉਹਦੇ ਵਿੱਚ ਇਹ ਜਿਹੜਾ ਐਜੂਕੇਸ਼ਨ ਦੇ ਉੱਤੇ ਅੱਜ ਦਾ ਸੈਮੀਨਾਰ ਦਾ ਕਾਫੀ ਰੋਲ ਰਹੇਗਾ। ਔਰ ਇੱਕ ਮੁਬਾਰਕਬਾਦ ਮੈਂ ਜਿਹੜਾ ਕਾਇਦੇ ਨੂਰ ਦੀ ਹੈ ਤੁਹਾਨੂੰ ਸਾਰਿਆਂ ਨੂੰ ਦੇਣੀ ਚਾਹੁੰਦਾ ਕਿ ਤੁਸੀਂ ਬਹੁਤ ਵੱਡਾ ਇੱਕ ਸਟੈਪ ਲੱਤਾ, ਕਿਉਂਕਿ ਮਾਂ ਬੋਲੀ ਦੀ ਗੱਲ ਵੀ ਕੀਤੀ ਗਈ ਹੈ ਸਾਰੇ। ਪਰ ਜਿਹੜੀ ਮੈਂ ਇੱਥੇ ਥੋੜੀ ਜਿਹੀ ਮੈਂ ਇੱਕ ਗੱਲ ਜ਼ਰੂਰ ਪੁਆਇੰਟ ਆਊਟ ਕਰਨੀ ਚਾਹੂੰਗਾ ਕਿ ਬਲਜੀਤ ਕੌਰ ਜੀ ਜਾਂ ਬਾਕੀ ਜਿੰਨੇ ਵੀ ਹੈਗੇ ਨੇ, ਉਹ ਜ਼ਰੂਰ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਹੈ ਉਹਨੂੰ ਡੂੰਘਾਈ ਨਾਲ ਦੇਖਣ ਕਿ ਕਿਤੇ ਕੋਈ ਹਿਡਨ ਏਜੰਡਾ ਤਾਂ ਨਹੀਂ ਕਿਸੇ ਤਰੀਕੇ ਦਾ ਰੱਖਿਆ ਗਿਆ, ਕਿਉਂਕਿ ਉੱਥੇ ਮਾਂ ਬੋਲੀ ਜਿਹੜੀ ਹੈ ਜਾਂ ਮਦਰ ਟੰਗ ਜਿਹੜੀ ਵਰਡ ਆਪਾਂ ਯੂਜ਼ ਕਰਦੇ ਹਾਂ, ਉੱਥੇ ਜਿਹੜਾ ਸ਼ਬਦ ਯੂਜ਼ ਕੀਤੇ ਗਏ ਨੇ ਉਹ ਮਦਰ ਟੰਗ ਦੇ ਨਾਲ ਨਾਲ ਮਦਰ ਲੈਂਗੁਏਜ ਦੇ ਨਾਲ ਨਾਲ ਉੱਥੇ ਹੋਮ ਲੈਂਗੁਏਜ ਵੀ ਸ਼ਬਦ ਯੂਜ਼ ਹੈ, ਉੱਥੇ ਲੋਕਲ ਲੈਂਗੁਏਜ ਵੀ ਸ਼ਬਦ ਯੂਜ਼ ਹੈ, ਉੱਥੇ ਰੀਜਨਲ ਲੈਂਗੁਏਜ ਵੀ ਸ਼ਬਦ ਯੂਜ਼ ਹੈ। ਔਰ ਜੇ ਅਸੀਂ ਇਹ ਪੈਰਾ 4:11 ਜਿਹੜਾ ਹੈਗਾ ਰਿਪੋਰਟ ਦਾ ਉਹ ਚੰਗੇ ਤਰੀਕੇ ਨਾਲ ਪੜ੍ਹੀਏ ਤਾਂ ਸਾਰਾ ਕਨਫਿਊਜ਼ ਹੈ। ਕਹਿਣ ਦਾ ਭਾਵ ਇਹ ਹੈ ਕਿ ਕਿਤੇ ਕੱਲ ਨੂੰ ਇਹ ਨਾ ਹੋਵੇ ਕਿ ਪੰਜਾਬ ਦੇ ਵਿੱਚ ਸਾਡੀ ਪੰਜਾਬੀ ਜਿਹੜੀ ਹੈ ਉਹ ਲੋਕਲ ਲੈਂਗੁਏਜ ਦੇ ਥੱਲੇ ਆ ਜਾਵੇ। ਲੋਕਲ ਲੈਂਗੁਏਜ ਕੀ ਹੈ, ਜਿੱਦਾਂ ਪਹਿਲਾਂ ਵੀ ਗੱਲਬਾਤ ਦੇ ਵਿੱਚ ਦੱਸ ਚੁੱਕੇ ਹਾਂ ਕਿ ਉੱਥੇ ਹਿੰਦੀ ਬੋਲੀ ਜਾਂਦੀ ਹੈ, ਇੰਗਲਿਸ਼ ਬੋਲੀ ਜਾਂਦੀ ਹੈ। ਪੰਜਾਬੀ ਸਕੂਲਾਂ ਦੇ ਵਿੱਚ ਜਿਹੜੇ ਪੰਜਾਬੀ ਸਕੂਲ ਆਪਣੇ ਉਹਨੂੰ ਕਹਿੰਦੇ ਨੇ, ਉੱਥੇ ਵੀ ਸਟ੍ਰੈਸ ਉੱਥੇ ਜ਼ਿਆਦਾ ਦਿੱਤਾ ਜਾਂਦਾ। ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਨੂੰ ਧਿਆਨ ਦੇਣ ਦੀ ਲੋੜ ਹੈਗੀ ਆ। ਔਰ ਮੈਂ ਇਹ ਬਿਲਕੁਲ ਐਗਰੀ ਕਰਦਾ ਰਵਿੰਦਰ ਢਿੱਲੋਂ ਜੀ ਨਾਲ ਵੀ ਕਿ ਸਾਨੂੰ ਆਸ਼ਾਵਾਦੀ ਹੋਣਾ ਚਾਹੀਦਾ। ਔਰ ਐਜੂਕੇਸ਼ਨ ਦੇ ਵਿੱਚ ਜਿਸ ਤਰੀਕੇ ਨਾਲ ਨਵੀਂ ਗੌਰਮੈਂਟ ਵੱਲੋਂ ਆਪਾਂ ਰੋਕੋ ਰੱਖ ਰਹੇ ਹਾਂ ਕਿ ਜੇ ਇੱਕ ਆਮ ਗਰਾਊਂਡ ਲੈਵਲ ਦੇ ਉੱਠ ਕੇ ਜਿਹੜੇ ਬੰਦੇ ਆਏ ਨੇ, ਮੋਸਟਲੀ ਜਦੋਂ ਤਪਣਾ ਸਕੂਲਾਂ ਦੀ ਗੱਲ ਕਰ ਰਹੇ ਨੇ, ਤੁਸੀਂ ਵੀ ਪੜ੍ਹ ਕੇ ਆਏ ਜੋ ਵੀ ਤਪਣਾ ਸਕੂਲਾਂ ਚੋਂ ਪੜ੍ਹ ਕੇ ਆਏ ਨੇ, ਉਹ ਜ਼ਿਆਦਾ ਸਬਸਟੈਂਸ਼ੀਅਲ ਜਾਂ ਜ਼ਿਆਦਾ ਸੋਲਿਡ ਨੌਲੇਜ ਰੱਖਦੇ ਨੇ। ਔਰ ਉਮੀਦ ਕਰੀਏ ਕਿ ਪੰਜਾਬ ਦੇ ਵਿੱਚ ਜਿਹੜੀਆਂ ਚੀਜ਼ਾਂ ਅਸੀਂ ਪੁਆਇੰਟ ਆਊਟ ਕਰਾਂਗੇ, ਜਿੱਦਾਂ ਪ੍ਰਾਈਵੇਟ ਸਕੂਲਾਂ ਦੇ ਬਾਰੇ ਤੁਸੀਂ ਜਿਵੇਂ ਕਿਹਾ ਕਿ ਇੱਕ ਰਿਪੋਰਟ ਤਿਆਰ ਕਰਕੇ ਗਵਰਨਮੈਂਟ ਨੂੰ ਦਿੱਤੀ ਹੈ, ਤੇ ਆਮ ਆਲਸੋ ਪ੍ਰੀਪੇਅਰਿੰਗ ਏ ਰਿਪੋਰਟ ਟੂ ਸਬਮਿਟ ਟੂ ਦ ਗਵਰਨਮੈਂਟ ਰਿਗਾਰਡਿੰਗ ਹਾਇਰ ਐਜੂਕੇਸ਼ਨ ਇਨ ਪੰਜਾਬ, ਕਿ ਕਿਸ ਤਰੀਕੇ ਦੀਆਂ ਕੀ ਖਾਮੀਆਂ ਨੇ ਤੇ ਕੀ ਇੰਪਰੂਵਮੈਂਟ ਉਹਦੇ ਵਿੱਚ ਹੋਣੀ ਚਾਹੀਦੀ ਹੈ, ਕੀ ਕੁਛ ਹੋਣਾ ਚਾਹੀਦਾ। ਤੋ ਉਸ ਜੂਨ ਤੱਕ ਅਸੀਂ ਐਕਸਪੈਕਟ ਕਰਦੇ ਹਾਂ ਕਿ ਉਸ ਕਾਨਫਰੰਸ ਦੇ ਵਿੱਚ ਮੈਂ ਆਪਣੇ ਆਪ 'ਚ ਕੌਨਫੀਡੈਂਟ ਹੈ ਕਿ ਉਸ ਤੱਕ ਮੈਂ ਪ੍ਰਪੇਅਰ ਕਰਕੇ ਆਪਾਂ ਉੱਥੇ ਸਬਮਿਟ ਕਰਾਂਗੇ, ਡਿਸਕਸ ਕਰਾਂਗੇ ਤਾਂ ਕਿ ਗਵਰਨਮੈਂਟ ਨੂੰ ਵੀ ਭੇਜ ਸਕੀਏ। ਇਹਨਾਂ ਸ਼ਬਦਾਂ ਦੇ ਨਾਲ ਇੱਕ ਵਾਰ ਫੇਰ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ, ਤੁਸੀਂ ਮੈਨੂੰ ਮੌਕਾ ਦਿੱਤਾ। ਮੁਬਾਰਕਬਾਦ ਦਊਂਗਾ ਚੱਠਾ ਜੀ ਨੂੰ, ਡਾਕਟਰ ਗਿੱਲ ਜੀ ਨੂੰ, ਖਹਿਰਾ ਜੀ ਨੂੰ, ਅਰਵਿੰਦਰ ਢਿੱਲੋਂ ਜੀ ਨੂੰ, ਬਤੂਲ ਜੀ ਨੂੰ, ਰਿਆੜ ਜੀ ਨੂੰ, ਧੂਰੀ ਸਾਹਿਬ ਨੂੰ, ਤੇ ਤੁਹਾਡੇ ਸੁਖਵਿੰਦਰ ਸਿੰਘ ਚੱਠਾ ਜੀ ਨੂੰ, ਤੇ ਬਾਕੀ ਜਿੰਨੇ ਸਾਰੇ ਪਾਰਟਿਸਪੈਂਟਸ ਨੇ ਇਹਦੇ ਵਿੱਚ ਅੱਜ ਭਾਗ ਲਿੱਤਾ, ਮੈਂ ਸਾਰਿਆਂ ਨੂੰ ਆਪਣੇ ਵੱਲੋਂ ਤੇ ਤੁਹਾਡੇ ਸਾਰਿਆਂ ਵੱਲੋਂ ਖਾਸ ਤੌਰ ਤੇ ਜਗਤ ਪੰਜਾਬੀ ਸਭਾ ਤੇ ਖਾਸ ਤੌਰ ਤੇ ਜੈ ਸਿੰਘ ਚੱਠਾ ਜੀ ਵੱਲੋਂ ਧੰਨਵਾਦ ਕਰਦਾ ਕਿ ਤੁਸੀਂ ਇਹ ਟਾਈਮ ਕੱਢਿਆ ਔਰ ਇੰਨੇ ਸੋਹਣੇ ਵਿਚਾਰ ਰੱਖੇ, ਜਿਨ੍ਹਾਂ ਦੇ ਸਦਕਾ ਅਸੀਂ ਅੱਗੇ ਵੀ ਹੋਰ ਕਦਮ ਚੁੱਕ ਸਕਾਂਗੇ ਤੇ ਪੰਜਾਬ ਦੇ ਵਿੱਚ ਅਸੀਂ ਐਜੂਕੇਸ਼ਨ ਦੇ ਵਿੱਚ ਇੱਕ ਰੈਵੋਲੂਸ਼ਨਰੀ ਇੰਪਰੂਵਮੈਂਟ ਲਿਆਉਣ ਦੇ ਵਿੱਚ ਕਾਮਯਾਬ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।